ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਰਾਜੇ ਫਤਿਹ ਚੰਦ ਮੈਨੀ ਦਾ ਪ੍ਰਸੰਗ। ਪਟਨੇ ਸ਼ਹਿਰ ਵਿੱਚ ਜੋ ਜਿਉੜੇ ਰਹਿੰਦੇ ਸਨ ਉਹ ਕੋਈ ਮਾਮੂਲੀ ਬੰਦੇ ਨਹੀਂ ਸਨ, ਸਗੋਂ ਰਾਜਾ ਤੇ ਰਾਣੀ। ਰਾਜੇ ਨੂੰ ਸਾਰੇ ਫਤਿਹ ਚੰਦ ਮੈਨੀ ਆਖਦੇ ਸਨ। ਅਕਾਲ ਪੁਰਖ ਦੀ ਅਪਾਰ ਕਿਰਪਾ ਨੂੰ ਕੋਈ ਨਹੀਂ ਜਾਣਦਾ। ਉਸਦੇ ਕੌਤਕ ਬਹੁਤ ਨਿਰਾਲੇ ਹਨ। ਉਸਨੇ ਮਨੁੱਖ ਦੀ ਰਚਨਾ ਕੀਤੀ ਹੈ, ਭਾਗ ਲਿਖੇ ਹਨ, ਪਰ ਪੂਰਨ ਸੁਖ ਕਿਸੇ ਨੂੰ ਨਹੀਂ ਦਿੱਤਾ। ਕਿਸੇ ਕੋਲ ਕੋਈ ਨਾ ਕੋਈ ਊਣਤਾਈ ਜ਼ਰੂਰ ਹੈ। ਜੇ ਕਿਸੇ ਨੂੰ ਔਲਾਦ ਦਾ ਸੁਖ ਹੈ ਤਾਂ ਉਸਨੂੰ ਧਨ ਦਾ ਸੁਖ ਨਹੀਂ। ਜੇ ਧਨ ਤੇ ਜਸ ਬੇਅੰਤ ਹੈ ਤਾਂ ਔਲਾਦ ਦਾ ਸੁਖ ਨਹੀਂ। ਜੇ ਔਲਾਦ ਦਾ ਧਨ ਹੈ ਤਾਂ ਤਨ ਮਨ ਸੁਖੀ ਨਹੀਂ। ਗੱਲ ਕੀ ਹਰ ਨਰ ਨਾਰੀ ਕਿਸੇ ਨਾ ਕਿਸੇ ਮਾਨਸਿਕ ਜਾਂ ਆਤਮਿਕ ਦੁੱਖ ਵਿੱਚ ਫਸਿਆ ਜ਼ਰੂਰ ਹੁੰਦਾ ਹੈ। ਰਾਜਾ ਫਤਿਹ ਚੰਦ ਮੈਨੀ ਪਟਨੇ ਦਾ ਇੱਕ ਅਮੀਰ ਜ਼ਗੀਰਦਾਰ ਸੀ। ਉਹਦੇ ਕੋਲ ਦਾਸੀਆਂ, ਧਨ ਪਦਾਰਥ ਅਤੇ ਇੱਕ ਤਕੜਾ ਰਾਜ ਭਵਨ ਰਹਿਣ ਵਾਸਤੇ ਸੀ। ਚਿੜੀਆਂ ਦੇ ਦੁੱਧ ਬਿਨਾਂ ਉਸਦੇ ਕੋਲ ਸਾਰੇ ਪਦਾਰਥ ਸਨ, ਪਰ ਧੀ ਪੁੱਤਰ ਕੋਈ ਨਹੀਂ ਸੀ। ਸਾਰਾ ਦਿਨ ਤਾਂ ਰਾਜਕਾਜ ਦੇ ਕੰਮਾਂ ਤੋਂ ਦਾਸੀਆਂ ਨਾਲ ਗੱਲਾਂ ਕਰਦਿਆਂ ਬਤੀਤ ਹੋ ਜਾਂਦਾ, ਪਰ ਜਦੋਂ ਰਾਤ ਪੈਂਦੀ ਰਾਜਾ ਰਾਣੀ ਇਕੱਲੇ ਮਖਮਲੀ ਸੇਜ ਉੱਤੇ ਲੇਟਦੇ ਤਾਂ ਦੋਹਾਂ ਦੇ ਦਿਲ ਘੁੱਟੇ ਜਾਂਦੇ, ਚਿਹਰਿਆਂ ਤੋਂ ਪ੍ਰਕਾਸ਼ ਉੱਡ ਜਾਂਦਾ, ਬੁੱਲਾਂ ਤੇ ਮੁਸਕਰਾਹਟ ਨਾ ਰਹਿੰਦੀ। ਬਸ ਉਹ ਚੁੱਪ ਕਰਕੇ ਲੇਟ ਜਾਂਦੇ ਤੇ ਨੀਂਦ ਨੂੰ ਆਵਾਜ਼ਾਂ ਮਾਰਦੇ, ਪਰ ਚੰਦਰੀ ਨੀਂਦ ਵੀ ਉਹਨਾਂ ਨਾਲ ਧੋਖਾ ਕਰਦੀ। ਉਹ ਵੀ ਨਾ ਆਉਂਦੀ। ਮਖਮਲੀ ਸੇਜ, ਸੁੰਦਰ ਰਾਜ ਭਵਨ, 36 ਪ੍ਰਕਾਰ ਦੇ ਭੋਜਨ ਅਤੇ ਦਾਸੀਆਂ ਆਦਿਕ ਸੁੱਖਾਂ ਦੇ ਸਾਧਨ ਸਾਰੇ ਭੁੱਲ ਜਾਂਦੇ। ਉਹ ਬਹੁਤ ਦੁਖੀ ਹੁੰਦੇ। ਆਪਣੇ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਇੱਕ ਦੂਸਰੇ ਨੂੰ ਧੀਰਜ ਦਿੰਦੇ, ਪਰ ਦਿਲ ਦੋਹਾਂ ਦੇ ਅਧੀਨ ਸਨ। ਇੱਕ ਰਾਤ ਰਾਣੀ ਨੇ ਰਾਜੇ ਨੂੰ ਕਿਹਾ, ਰਾਜ ਸੁੱਖ ਵੀ ਦੁੱਖ ਬਣ ਗਏ ਹਨ। ਕਿਸੇ ਪੂਰਬਲੇ ਜਨਮ ਦੇ ਕਰਮ ਦਾ ਫਲ ਹੈ ਜੋ ਸਾਰੇ ਸੁੱਖ ਹੁੰਦਿਆਂ ਹੋਇਆਂ ਵੀ ਇੱਕ ਪੁੱਤਰ ਬਿਨਾਂ ਆਤਮਾ ਦੁਖੀ ਹੈ। ਕੀ ਰਾਜ ਵੇਚਿਆਂ ਵੀ ਪੁੱਤਰ ਸੁਖ ਪ੍ਰਾਪਤ ਨਹੀਂ ਹੋ ਸਕਦਾ? ਇਹ ਸੁਖ ਪਰਮਾਤਮਾ ਦੀ ਇੱਛਾ ਹੈ। ਰਾਜ ਭਾਗ ਦੇ ਵਟਾਂਦਰੇ ਤੋਂ ਪ੍ਰਾਪਤ ਨਹੀਂ ਹੋ ਸਕਦਾ। ਪੰਡਤ ਸ਼ਿਵਦੱਤ ਭਗਵਾਨ ਦੇ ਦਰਸ਼ਨ ਕਰ ਚੁੱਕੇ ਸਨ। ਉਹਨਾਂ ਦੇ ਚਰਨਾਂ ਉੱਪਰ ਮੱਥਾ ਟੇਕਿਆ ਜਾਵੇ, ਸ਼ਾਇਦ ਉਹ ਭਗਵਾਨ ਅੱਗੇ ਅਰਦਾਸ ਕਰਨ। ਸੁਣਿਆ ਹੈ ਭਗਤਾਂ ਦੀ ਅਰਦਾਸ ਭਗਵਾਨ ਪ੍ਰਵਾਨ ਕਰਦਾ ਹੈ। ਗੱਲ ਤਾਂ ਤੇਰੀ ਠੀਕ ਹੈ। ਮੇਰਾ ਵੀ ਚਿੱਤ ਕਈਆਂ ਚਿਰਾਂ ਤੋਂ ਇਹੋ ਸੋਚ ਰਿਹਾ ਸੀ ਕਿ ਕਿਸੇ ਦੇ ਚਰਨ ਫੜਾਂ, ਪੁੱਤਰ ਪ੍ਰਾਪਤੀ ਦਾ ਯੱਗ ਕਰਾਂ। ਘਰ ਖਜ਼ਾਨਾ ਤੇ ਜ਼ਮੀਨ ਸਭ ਕੁਝ ਵਾਰਨ ਨੂੰ ਤਿਆਰ ਹਾਂ, ਪਰ ਕੋਈ ਢੋਅ ਹੀ ਨਹੀਂ ਟੁਕਦਾ। ਪਤਾ ਨਹੀਂ ਪ੍ਰਭੂ ਦੀ ਕੀ ਇੱਛਾ ਹੈ। ਸ਼ਾਇਦ ਅਸਾਂ ਦੀ ਗਤੀ ਨਾ ਹੋਣੀ ਹੋਵੇ। ਧਰਮ ਸ਼ਾਸਤਰ ਅਨੁਸਾਰ ਪੁੱਤਰ ਦੇ ਬਿਨਾਂ ਨਰ ਨਾਰੀ ਦੀ ਗਤੀ ਨਹੀਂ ਹੁੰਦੀ। ਪੰਡਤ ਕਥਾ ਕਰਦਾ ਹੋਇਆ ਕਹਿੰਦਾ ਸੀ। ਇਹ ਸਭ ਕੁਝ ਠੀਕ ਹੈ, ਤਾਦੀ ਤਾਂ ਤਰਲੇ ਲੈ ਰਹੇ ਹਾਂ। ਸਵੇਰੇ ਫਿਰ ਪੰਡਤ ਜੀ ਦੇ ਚਰਨ ਫੜੋ, ਜਿਵੇਂ ਤੂੰ ਆਖੇ। ਮੈਂ ਤਾਂ ਇਹੋ ਆਖਦੀ ਹਾਂ, ਮੇਰੇ ਕਲੇਜੇ ਵਿੱਚ ਤਾਂ ਇੱਕ ਹੂਕ ਉੱਠਦੀ ਹੈ। ਮੈਂ ਤਾਂ ਵਿਆਕਲ ਹੋ ਜਾਂਦੀ ਹਾਂ। ਇਸ ਜੀਵਨ ਨਾਲੋਂ ਮੌਤ ਚੰਗੀ ਹੈ। ਹਿਰਦਾ ਸਦਾ ਬੇਚੈਨ ਰਹਿੰਦਾ ਹੈ। ਧੀਰਜ ਕਰੋ, ਭਗਵਾਨ ਜ਼ਰੂਰ ਹਿਰਦਿਆਂ ਨੂੰ ਸ਼ਾਂਤੀ ਬਖਸ਼ੇਗਾ। ਜ਼ਰੂਰ ਮੰਨੋ, ਮਨੋਕਾਮਨਾ ਪੂਰੀਆਂ ਹੋਣਗੀਆਂ। ਇਹੋ ਕੁਝ ਤੁਸੀਂ ਕਦੋਂ ਤੋਂ ਕਹਿੰਦੇ ਹੋ? ਮੈਂ ਤਾਂ ਸੁਣ ਸੁਣ ਕੇ ਵੀ ਅੱਕ ਗਈ ਹਾਂ। ਸਵੇਰੇ ਜ਼ਰੂਰ ਚੱਲਾਂਗੇ। ਇਹੋ ਵਿਚਾਰਾਂ ਕਰਦੇ ਹੋਏ ਰਾਜਾ ਰਾਣੀ ਸਾਰੀ ਰਾਤ ਜਾਗਦੇ ਰਹੇ। ਮਨਾਂ ਵਿੱਚ ਸੈਂਕੜੇ ਉਤਰਾਅ ਚੜ੍ਹਾਅ ਆਏ। ਪਾਣੀ ਦੇ ਬੁਲਬਲੇ ਵਾਂਗ ਉਹਨਾਂ ਦੇ ਵਿਚਾਰਾਂ ਦੀ ਉਮਰ ਵੀ ਬਹੁਤ ਥੋੜੀ ਸੀ। ਜਾਗਦਿਆਂ ਹੀ ਕੁੱਕੜ ਨੇ ਬਾਂਗ ਦੇ ਦਿੱਤੀ ਤੇ ਥੋੜੇ ਚਿਰ ਪਿੱਛੋਂ ਪੰਛੀ ਬੋਲਣੇ ਸ਼ੁਰੂ ਹੋ ਗਏ। ਪੰਛੀਆਂ ਦੀ ਆਵਾਜ਼ ਸੁਣ ਕੇ ਦੋਵੇਂ ਸੇਜ ਤੋਂ ਉੱਠ ਬੈਠੇ। ਗੰਗਾ ਕਿਨਾਰੇ ਬੈਠਾ ਹੋਇਆ ਪੰਡਤ ਸ਼ਿਵਦੱਤ ਪ੍ਰਭੂ ਦਾ ਜਸ ਗਾ ਰਿਹਾ ਸੀ। ਉਹਦੇ ਨੈਣਾਂ ਵਿੱਚ ਬਾਲਾ ਪ੍ਰੀਤਮ ਸਤਿਗੁਰੂ ਜੀ ਦੀ ਤਸਵੀਰ ਸੀ। ਉਹ ਵਿਸਮਾਦ ਦੇ ਵਾਯੂਮੰਡਲ ਵਿੱਚ ਪੁੱਜਾ ਸੀ ਕਿ ਰਾਜਾ ਫਤਿਹ ਚੰਦ ਆਪਣੀ ਰਾਣੀ ਨੂੰ ਨਾਲ ਲੈ ਕੇ ਉਸ ਅਸਥਾਨ ਤੇ ਜਾ ਪੁੱਜਾ। ਜਾ ਚਰਨਾਂ ਉੱਪਰ ਮੱਥਾ ਟੇਕਿਆ, ਲਾਗੇ ਬੈਠ ਗਏ, ਹੱਥ ਜੋੜ ਕੇ ਉਡੀਕ ਕਰਦੇ ਰਹੇ ਕਿ ਜਦੋਂ ਉਸਦੀ ਸਮਾਧੀ ਖੁੱਲੇ ਤਾਂ ਉਹ ਬੇਨਤੀ ਕਰਨ। ਕੋਈ 20 ਕੁ ਮਿੰਟ ਉਡੀਕਣ ਪਿੱਛੋਂ ਪੰਡਤ ਦੇ ਨੈਣ ਖੁੱਲੇ ਤਾਂ ਉਸਨੇ ਦੇਖਿਆ ਸਾਹਮਣੇ ਰਾਜਾ ਰਾਣੀ ਬੈਠੇ ਹੋਏ ਹਨ। ਮੇਰੇ ਧੰਨ ਭਾਗ, ਰਾਜੇ ਰਾਣੀ ਨੇ ਦਰਸ਼ਨ ਦਿੱਤੇ ਹਨ। ਸ਼ਿਵਦੱਤ ਨੇ ਬੜੇ ਪ੍ਰੇਮ ਤੇ ਮਿੱਠੇ ਸ਼ਬਦਾਂ ਵਿੱਚ ਆਖਿਆ, ਦਰਸ਼ਨ ਨਹੀਂ ਦਿੱਤੇ। ਅਸੀਂ ਪਾਪੀ ਜੀਵ ਦਰਸ਼ਨ ਕਰਨ ਵਾਸਤੇ ਆਏ ਹਾਂ। ਅਸਾਂ ਤੇ ਦਇਆ ਕਰੋ, ਦਿਲ ਵਿੱਚ ਵੇਦਨ ਹੈ। ਰਾਜੇ ਅਤੇ ਰਾਣੀ ਨੇ ਇੱਕ ਜ਼ੁਬਾਨ ਕਿਹਾ, ਅਸਾਂ ਦੀ ਵੇਦਨਾ ਦੂਰ ਕਰੋ।
ਰਾਣੀ ਤਾਂ ਚੁੱਪ ਕਰ ਗਈ, ਪਰ ਰਾਜਾ ਬੋਲੀ ਗਿਆ, ਤੁਸਾਂ ਦੇ ਹਿਰਦੇ ਨੂੰ ਕੈਸੀ ਵੇਦਨਾ ਹੈ? ਪਰਮੇਸ਼ਰ ਦਾ ਦਿੱਤਾ ਤੁਸਾਂ ਕੋਲ ਬਹੁਤ ਕੁਝ ਹੈ। ਸ਼ਿਵਦੱਤ ਦਾ ਉੱਤਰ ਸੀ, ਮਹਾਰਾਜ, ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਪੁਰਸ਼ ਬਿਨਾਂ ਪੁੱਤਰ ਦੇ ਮਰ ਜਾਵੇ ਤਾਂ ਉਸ ਦੀ ਕਲਿਆਣ ਨਹੀਂ ਹੁੰਦੀ। ਮੈਂ ਨਪੁੱਤਾ ਹਾਂ, ਅਗਲੇ ਲੋਕ ਵਿੱਚ ਮੇਰੀ ਗਤੀ ਕਿਵੇਂ ਹੋਵੇਗੀ? ਹਿਰਦਾ ਬੇਚੈਨ ਰਹਿੰਦਾ ਹੈ, ਮਹਾ ਭਿਆਨਕ ਚਿੰਤਾ ਰੋਗ ਲੱਗਾ ਹੈ। ਰਾਣੀ ਵੀ ਚਿੰਤਾ ਨਾਲ ਵਿਆਕੁਲ ਰਹਿੰਦੀ ਹੈ। ਇੱਕ ਬੱਚੇ ਦਾ ਮੂੰਹ ਵੇਖਣ ਵਾਸਤੇ ਇਹ ਮੱਛੀ ਵਾਂਗ ਤੜਫਦੀ ਹੈ। ਅਸਾਂ ਤੇ ਦਇਆ ਕਰੋ, ਤੁਸਾਂ ਭਗਵਾਨ ਦੇ ਦਰਸ਼ਨ ਕੀਤੇ ਹਨ। ਭਗਤ ਭਗਵਾਨ ਦੇ ਮੇਲੇ ਹੁੰਦੇ ਹਨ। ਅਸਾਂ ਦਾ ਬੇੜਾ ਬੰਨੇ ਲਾਓ। ਭਵ ਸਾਗਰ ਵਿੱਚ ਜੀਵਨ ਬੇੜੀ ਗੋਤੇ ਖਾ ਰਹੀ ਹੈ। ਦਇਆ ਦੇ ਸਾਗਰੋ ਮਿਹਰ ਕਰੋ। ਰਾਜੇ ਦਾ ਤਰਲਾ ਸੁਣ ਕੇ ਬ੍ਰਹਮ ਗਿਆਨੀ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਭੌਰਾ ਪੰਡਤ ਸ਼ਿਵਦੱਤ ਬਹੁਤ ਹੈਰਾਨ ਹੋਇਆ, ਪਰ ਹੈਰਾਨੀ ਨੂੰ ਪ੍ਰਗਟ ਨਾ ਹੋਣ ਦਿੱਤਾ ਤੇ ਇਉਂ ਆਖਿਆ, ਹੇ ਰਾਜਨ, ਧੀਰਜ ਕਰੋ। ਸਭ ਕਾਰਜ ਦਾ ਕਰਤਾ ਭਗਵਾਨ ਹੈ। ਉਸ ਦਾ ਧਿਆਨ ਕਰੋ, ਉਹ ਪਿਆਰ ਨਾਲ ਮਿਲਦਾ ਹੈ। ਭਗਵਾਨ ਦਾ ਸੱਚਾ ਸਰੂਪ ਇੱਥੇ ਪਟਨੇ ਵਿੱਚ ਹੀ ਹੈ। ਕੌਣ? ਰਾਣੀ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਪੁੱਛਿਆ। ਸਾਲਸ ਰਾਏ ਦੀ ਧਰਮਸ਼ਾਲਾ ਵਿੱਚ ਰਹਿੰਦਾ ਹੈ। ਗੋਬਿੰਦ ਰਾਏ। ਵਾਹ ਵਾਹ, ਕਿੰਨਾ ਪਿਆਰਾ ਨਾਮ ਹੈ, ਗੋਬਿੰਦ ਰਾਏ। ਉਹ ਆਪ ਪਰਮੇਸ਼ਰ, ਮੈਂ ਸਦਕੇ ਜਾਵਾਂ। ਦਰਸ਼ਨ ਕੀਤਿਆਂ ਪਾਪ ਚੜਦੇ ਹਨ। ਹਿਰਦਾ ਸ਼ੁੱਧ ਤੇ ਸ਼ਾਂਤ ਹੁੰਦਾ ਹੈ। ਪਰ ਇਹ ਭਗਵਾਨ ਦਰਸ਼ਨ ਉਸ ਨੂੰ ਦਿੰਦੇ ਹਨ ਜਿਹੜਾ ਉਹਨਾਂ ਨਾਲ ਸ਼ੁੱਧ ਹਿਰਦੇ ਨਾਲ ਪ੍ਰੇਮ ਕਰੇ। ਮਨ ਵਿੱਚ ਸ਼ਰਧਾ ਰੱਖ ਕੇ ਦਿਨ ਰਾਤ ਧਿਆਨ ਧਰੋ, ਘਰ ਬੈਠੋ। ਉਹ ਜ਼ਰੂਰ ਤੁਸਾਂ ਦੇ ਘਰ ਆਉਣਗੇ, ਨਿਹਾਲ ਕਰਨਗੇ। ਤੁਸਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਜਨਮ ਮਰਨ ਸੌਰ ਚ ਆਏਗਾ। ਜਾਓ ਘਰ। ਪੰਡਤ ਸ਼ਿਵਦੱਤ ਆਪ ਮੁਕਤ ਹੋ ਚੁੱਕਾ ਸੀ ਤੇ ਹੋਰਨਾਂ ਨੂੰ ਸੱਚਾ ਮੁਕਤੀ ਮਾਰਗ ਦੱਸਦਾ ਸੀ। ਸਤਿਗੁਰੂ ਜੀ ਤੋਂ ਬਿਨਾਂ ਉਸਨੂੰ ਕੋਈ ਭਗਵਾਨ ਨਹੀਂ ਸੀ ਦਿਸਦਾ। ਜਦੋਂ ਉਹਨਾਂ ਨੂੰ ਭਗਵਾਨ ਸਮਝ ਕੇ ਸ਼ਾਂਤੀ ਪ੍ਰਗਟ ਕਰ ਰਹੇ ਸਨ, ਉਸ ਦੇ ਬਚਨ ਸੁਣ ਕੇ ਰਾਜੇ ਤੇ ਰਾਣੀ ਨੂੰ ਕੁਝ ਸ਼ਾਂਤੀ ਹੋਈ। ਉਹਨਾਂ ਦੋਹਾਂ ਜੀਆਂ ਨੇ ਪੰਡਤ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਰਾਜ ਭਵਨ ਵੱਲ ਆ ਗਏ। ਘਰ ਆ ਕੇ ਰਾਜੇ ਰਾਣੀ ਨੇ ਸਤਿਗੁਰੂ ਜੀ ਦਾ ਧਿਆਨ ਕਰਨਾ ਆਰੰਭਿਆ। ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਦੋਂ ਕਿਸੇ ਦੇ ਘਰ ਜਾਂਦੇ ਹਨ ਤਾਂ ਕੁਝ ਖਾਣ ਨੂੰ ਵੀ ਮੰਗਦੇ ਹਨ। ਰਾਣੀ ਨੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਜਿਵੇਂ ਸ਼ਿਵਦੱਤ ਨੇ ਦੱਸਿਆ ਸੀ ਤਿਵੇਂ ਯਾਦ ਕੀਤਾ। ਸਾਰਾ ਦਿਨ ਬੀਤ ਗਿਆ, ਪਰ ਸਾਹਿਬ ਉਸ ਬਾਜ਼ਾਰ ਵਿੱਚ ਨਾ ਗਏ। ਰਾਜਾ ਤੇ ਰਾਣੀ ਘਬਰਾ ਗਏ। ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਸ਼ਰਧਾ ਵਿੱਚ ਊਣਤਾ ਹੀ ਹੈ, ਪਿਆਰ ਵਿੱਚ ਕਮੀ ਹੈ। ਹਿਰਦੇ ਨਿਰਮਲ ਨਹੀਂ ਹੋਏ। ਹੰਕਾਰ ਦੀ ਮੈਲ ਦਾ ਕਿਤੇ ਨਿਸ਼ਾਨ ਹੈ। ਉਹ ਦੋਵੇਂ ਸਮਾਧੀਆਂ ਲਾ ਕੇ ਬੈਠ ਗਏ। ਉਹਨਾਂ ਦੀਆਂ ਅੱਖਾਂ ਅੱਗੇ ਸਤਿਗੁਰੂ ਜੀ ਦਾ ਚਿੱਤਰ ਸੀ। ਸਤਨਾਮ ਵਾਹਿਗੁਰੂ ਦਾ ਸਿਮਰਨ ਹਿਰਦਾ ਕਰਦਾ ਸੀ, ਕਿਉਂਕਿ ਪੰਡਤ ਸ਼ਿਵਦੱਤ ਨੇ ਉਹਨਾਂ ਨੂੰ ਇਹੋ ਕੁਝ ਦੱਸਿਆ ਸੀ। ਸੱਚਾ ਪਿਆਰ ਦੂਸਰੇ ਦੇ ਹਿਰਦੇ ਨੂੰ ਖਿੱਚ ਪਾਉਂਦਾ ਹੈ। ਭਗਤ ਦੇ ਭਗਵਾਨ ਤਾਂ ਪਿਆਰ ਡੋਰੀ ਨਾਲ ਖਿੱਚੇ ਹੋਏ ਦੂਰ ਦੂਰ ਚਲੇ ਜਾਂਦੇ ਹਨ। ਪ੍ਰਹਿਲਾਦ ਨੇ ਯਾਦ ਕੀਤਾ ਤਾਂ ਥੰਮ ਪਾੜ ਕੇ ਨਰਸਿੰਘ ਦਾ ਅਵਤਾਰ ਧਾਰ ਲਿਆ ਸੀ। ਬਾਲਾ ਪ੍ਰੀਤਮ ਭਲਾ ਕਿਉਂ ਨਾ ਖਿੱਚਿਆ ਜਾਂਦਾ? ਹੱਥ ਵਿੱਚ ਖੁੰਡੀ ਲੈ ਕੇ ਖੇਡਦੇ ਹੋਏ ਦਾਤਾਰ ਸਾਥੀਆਂ ਸਮੇਤ ਰਾਣੀ ਦੇ ਰਾਜ ਭਵਨ ਅੱਗੇ ਜਾ ਪੁੱਜੇ। ਚੱਕੇ ਨਹੀਂ, ਰੁਕੇ ਨਹੀਂ, ਨਿਡਰ ਮਸਤ ਹਾਥੀ ਵਾਂਗ ਝੂਮਦੇ ਹੋਏ ਅੰਦਰ ਚਲੇ ਗਏ। ਡਿਓੜੀ ਬਰਾਂਡੇ ਤੇ ਵਿਹੜੇ ਲੰਘਦੇ ਹੋਏ ਉਸ ਅਸਥਾਨ ਤੇ ਜਾ ਪੁੱਜੇ ਜਿੱਥੇ ਰਾਣੀ ਕੁਸ਼ਾਂ ਦਾ ਆਸਣ ਵਿਛਾ ਕੇ ਬੈਠੀ ਹੋਈ ਇਕਾਗਰ ਚਿਤ ਸਮਾਧੀ ਵਿੱਚ ਸੀ। ਸੁਰਤ ਬਾਲੇ ਪ੍ਰੀਤਮ ਦੇ ਚਰਨਾਂ ਨਾਲ ਜੁੜੀ ਹੋਈ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਜਿਸ ਦੀ ਉਹ ਢੂੰਡ ਕਰ ਰਹੀ ਹੈ, ਜਿਸ ਨੂੰ ਘਰ ਸੱਦਣ ਵਾਸਤੇ ਤਰਲੋ ਮੱਛੀ ਹੋ ਰਹੀ ਹੈ, ਉਹ ਆਪ ਹੀ ਘਰ ਆ ਪੁੱਜੇ ਹਨ। ਅੰਤਰਜਾਮੀ ਸਤਿਗੁਰੂ ਜੀ ਨੇ ਰਾਜ ਭਵਨ ਦੀਆਂ ਦਾਸੀਆਂ ਨੂੰ ਕੁਝ ਨਹੀਂ ਕਿਹਾ। ਉਹ ਸਿੱਧੇ ਰਾਣੀ ਦੇ ਪਾਸ ਗਏ ਤੇ ਮਲਕੜੇ ਜਿਹੇ ਨਿੱਕੇ ਜਿਹੇ ਹੱਥਾਂ ਨਾਲ ਰਾਣੀ ਦੇ ਨੇਤਰ ਮੁੰਦ ਦਿੱਤੇ। ਨੇਤਰਾਂ ਉੱਤੇ ਕਰ ਕਮਲਾਂ ਦਾ ਟਿਕਣਾ ਸੀ ਕਿ ਰਾਣੀ ਸਵਾਦੋ ਸਵਾਦ ਹੋ ਗਈ। ਉਸਦੇ ਹਿਰਦੇ ਦੀ ਧੜਕਨ ਮੱਠੀ ਹੋਈ। ਉਹਦੇ ਹਿਰਦੇ ਨੇ ਆਵਾਜ਼ ਦਿੱਤੀ, ਭੋਲੀ ਰਾਣੀਏ, ਉਹ ਆ ਗਏ, ਉਹ ਆ ਗਏ। ਨਿਰਾਲੇ ਕੌਤਕ ਕਰਨ ਵਾਲੇ ਬਾਲੇ ਪ੍ਰੀਤਮ ਨੇ ਕੰਨ ਵਿੱਚ ਕਿਹਾ, ਮਾਤਾ ਜੀ। ਮਾਤਾ ਜੀ ਸ਼ਬਦ ਰਾਣੀ ਵਾਸਤੇ ਦੁਰਲਭ ਸੀ। ਉਸਨੇ ਰਾਣੀ ਜੀ ਸਰਕਾਰ ਸ਼ਬਦ ਸੁਣੇ ਸਨ, ਪਰ ਕਿਸੇ ਨੇ ਉਸਨੂੰ ਮਾਤਾ ਜੀ ਨਹੀਂ ਸੀ ਕਿਹਾ। ਇਸੇ ਸ਼ਬਦ ਦੇ ਸੁਣਨ ਬਦਲੇ ਤਾਂ ਉਹ ਵਿਆਕੁਲ ਹੋ ਰਹੀ ਸੀ। ਉਸਨੇ ਕਿਹਾ, ਮੇਰੇ ਧੰਨ ਭਾਗ, ਕੀ ਮੈਂ ਸੁਪਨਾ ਤਾਂ ਨਹੀਂ ਵੇਖ ਰਹੀ? ਕੀ ਸੱਚਮੁੱਚ ਮੈਨੂੰ ਹੀ ਮਾਤਾ ਜੀ ਕਿਹਾ ਗਿਆ?
ਇਹ ਆਖ ਕੇ ਸਤਿਗੁਰੂ ਜੀ ਦੇ ਨਿੱਕੇ ਨਿੱਕੇ ਤੇ ਫੁੱਲਾਂ ਦੀਆਂ ਪੱਤੀਆਂ ਨਾਲੋਂ ਨਰਮ ਕੋਮਲ ਹੱਥਾਂ ਨੂੰ ਫੜ ਲਿਆ। ਆਪਣੇ ਹੱਥਾਂ ਵਿੱਚ ਐਸਾ ਕੁੱਟਿਆ ਕਿ ਸਾਰਾ ਸਰੀਰ ਥਰਥਰਾ ਗਿਆ। ਮੈਂ ਵਾਰੀ, ਮੈਂ ਕੋਲੀ, ਮੇਰਾ ਜੀਵਨ ਆ ਗਿਆ, ਪਰਮੇਸ਼ਰ ਆ ਗਿਆ, ਬੰਸੀ ਵਾਲਾ ਪਿਆਰਾ ਕ੍ਰਿਸ਼ਨ ਆ ਪੁੱਜਾ। ਉਹ ਪ੍ਰਸੰਨਤਾ ਨਾਲ ਉਸਦਾ ਹਿਰਦਾ ਗਦ-ਗਦ ਹੋ ਗਿਆ। ਉਸਨੇ ਅੱਖਾਂ ਖੋਲੀਆਂ। ਅੱਖਾਂ ਖੋਲ ਕੇ ਦੇਖਿਆ ਤਾਂ ਉਸਦਾ ਸਿਰ ਚਕਰਾ ਗਿਆ। ਖੁਸ਼ੀ ਤੇ ਆਸ ਪੂਰੀ ਹੋਣ ਦੀ ਝਾਤੀ ਨਾ ਦੇਖ ਸਕੀ। ਅੰਮ੍ਰਿਤਾ ਜੀਵਨ ਦਾਤੇ ਨੇ ਉਸ ਵੇਲੇ ਮੁਸਕਰਾਉਂਦਿਆਂ ਹੋਇਆਂ ਕਿਹਾ, ਮਾਤਾ ਜੀ, ਮੈਨੂੰ ਭੁੱਖ ਲੱਗੀ ਹੈ। ਮੇਰੇ ਲਾਲ ਨੂੰ ਭੁੱਖ ਲੱਗੀ ਹੈ। ਮੇਰਾ ਬੇਟਾ ਭੁੱਖਾ ਹੈ। ਮੇਰੇ ਧੰਨ ਭਾਗ, ਮੈਂ ਹੁਣੇ ਹੀ ਮਠਿਆਈਆਂ ਪੂੜੀਆਂ ਮੰਗਵਾਉਂਦੀ ਹਾਂ। ਰੱਜ ਰੱਜ ਕੇ ਖਾਵੋ ਤੇ ਮੇਰੀ ਭੁੱਖ ਨੂੰ ਦੂਰ ਕਰੋ। ਮੈਂ ਮਠਿਆਈ ਨਹੀਂ ਖਾਣੀ, ਘੁੰਗਣੀਆਂ ਖਾਣੀਆਂ ਹਨ ਤੇ ਦੁੱਧ ਦੀਆਂ ਪੂੜੀਆਂ। ਬਸ ਇਸ ਤੋਂ ਬਿਨਾਂ ਹੋਰ ਕੁਝ ਨਹੀਂ। ਇਹ ਚੀਜ਼ਾਂ ਮੈਨੂੰ ਬਹੁਤ ਸਵਾਦ ਲੱਗਦੀਆਂ ਹਨ। ਘੁੰਗਣੀਆਂ ਦਾ ਨਾਮ ਸੁਣ ਕੇ ਰਾਣੀ ਨੂੰ ਪੰਡਿਤ ਸ਼ਿਵਦੱਤ ਦੇ ਬਚਨ ਚੇਤੇ ਆਏ। ਉਸਨੇ ਖਿਆਲ ਕੀਤਾ ਕਿ ਉਸਦੀ ਆਸ ਪੂਰੀ ਹੋ ਗਈ। ਪਰਮਾਤਮਾ ਵੱਲੋਂ ਹੁਕਮ ਆ ਗਿਆ ਕਿ ਉਹਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਉਹ ਪ੍ਰੇਮ ਦੀਵਾਨੀ ਛੇਤੀ ਨਾਲ ਉੱਠੀ ਤੇ ਘੁੰਗਣੀਆਂ ਲੈ ਆਈ। ਉਹਨਾਂ ਘੁੰਗਣੀਆਂ ਨੂੰ ਦੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਅਸੀਂ ਆਪਣੇ ਸਾਥੀਆਂ ਨੂੰ ਸੱਦ ਲਿਆਈਏ। ਉਹ ਇਹਨਾਂ ਘੁੰਗਣੀਆਂ ਦੇ ਹਿੱਸੇਦਾਰ ਹਨ। ਤੁਸੀਂ ਬੈਠੋ, ਮੈਂ ਹੁਣੇ ਆਵਾਜ਼ ਦਿੰਦੀ ਹਾਂ। ਦਾਸੀਆਂ ਸੱਦ ਲਿਆਉਂਦੀਆਂ ਹਨ। ਤੁਸੀਂ ਖੇਚਲ ਨਾ ਕਰੋ, ਤੁਹਾਨੂੰ ਭੁੱਖ ਲੱਗੀ ਹੈ। ਇਹ ਆਖ ਕੇ ਰਾਣੀ ਨੇ ਦਾਸੀਆਂ ਨੂੰ ਆਵਾਜ਼ ਦਿੱਤੀ। ਆਵਾਜ਼ ਸੁਣਦੇ ਸਾਰ ਦਾਸੀਆਂ ਆਈਆਂ ਤੇ ਹੁਕਮ ਸੁਣ ਕੇ ਮੁੜਦੇ ਪੈਰੀ ਚਲੀਆਂ ਗਈਆਂ। ਉਹ ਖੋਟੇ ਰੁਪਏ ਵਾਂਗ ਛੇਤੀ ਵਾਪਸ ਮੁੜਦੀਆਂ ਹੋਈਆਂ ਸਤਿਗੁਰੂ ਜੀ ਦੇ ਬਾਲ ਸਾਥੀਆਂ ਨੂੰ ਆਪਣੇ ਨਾਲ ਲੈ ਆਈਆਂ। ਉਹਨਾਂ ਦੇ ਨਾਲ ਬੈਠ ਕੇ ਰਾਣੀ ਦੀਆਂ ਤਿਆਰ ਕੀਤੀਆਂ ਘੁੰਗਣੀਆਂ ਬੜੇ ਸਵਾਦ ਨਾਲ ਖਾਧੀਆਂ ਤੇ ਰਾਣੀ ਨੂੰ ਨਿਹਾਲ ਕੀਤਾ। ਉਹਦੇ ਦਿਲ ਦੀ ਵੇਦਨਾ ਦੂਰ ਹੋ ਗਈ। ਅਸਾਂ ਰੋਜ਼ ਆਇਆ ਕਰਾਂਗੇ, ਸਤਿਗੁਰੂ ਜੀ ਨੇ ਫਰਮਾਇਆ। ਘੁੰਗਣੀਆਂ ਤੇ ਦੁੱਧ ਦੀਆਂ ਪੂੜੀਆਂ ਤਿਆਰ ਰਿਹਾ ਕਰਨ। ਮੇਰੇ ਧੰਨ ਭਾਗ, ਮੈਂ ਤਾਂ ਸਾਰੀ ਜੀਵਨ ਪੂੰਜੀ ਵਾਰਨ ਨੂੰ ਤਿਆਰ ਹਾਂ। ਆਓ, ਮੈਂ ਰੋਜ਼ ਉਡੀਕਾਂਗੀ, ਬੇਸਬਰੀ ਨਾਲ ਉਡੀਕਾਂਗੀ। ਮੇਰੇ ਉੱਤੇ ਭਗਵਾਨ ਦੀ ਦਇਆ ਰਹੇ। ਰਾਣੀ ਦਾ ਉੱਤਰ ਸੀ। ਇਹ ਉੱਤਰ ਦਿੰਦਿਆਂ ਹੋਇਆਂ ਉਸਨੇ ਬਾਲ ਗੁਰੂ ਸਾਹਿਬ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਚੁੱਕ ਕੇ ਘੁੱਟ-ਘੁੱਟ ਕੇ ਸੀਨੇ ਨਾਲ ਲਾਇਆ। ਉਹ ਜਿਉਂ-ਜਿਉਂ ਗੁਰੂ ਸਾਹਿਬ ਨੂੰ ਹਿੱਕ ਨਾਲ ਘੁੱਟਦੀ, ਤਿਉਂ-ਤਿਉਂ ਉਹਦੀ ਪੁੱਤਰ ਪ੍ਰਾਪਤੀ ਦੀ ਇੱਛਾ ਮੁੱਕਦੀ ਜਾਂਦੀ ਸੀ। ਉਹਦਾ ਹਿਰਦਾ ਠੰਡਾ ਹੁੰਦਾ ਜਾਂਦਾ ਸੀ। ਉਹਦਾ ਲੂੰ-ਲੂੰ ਕਹਿੰਦਾ ਸੀ, ਧੰਨ ਸਤਿਗੁਰੂ, ਧੰਨ ਕਰਤਾਰ। ਰਾਣੀ ਨੂੰ ਨਿਹਾਲ ਕਰਕੇ ਸਤਿਗੁਰੂ ਜੀ ਸਾਥੀਆਂ ਸਮੇਤ ਬਾਜ਼ਾਰ ਵਿੱਚ ਆਏ ਤੇ ਬਾਜ਼ਾਰ ਵਿੱਚੋਂ ਘਰ। ਰਾਜਾ ਰਾਣੀ ਪ੍ਰਸੰਨ ਹੋ ਗਏ। ਉਹਨਾਂ ਨੂੰ ਪੁੱਤਰ ਵਰ ਮੰਗਣਾ ਭੁੱਲ ਗਿਆ। ਸਰਬ ਸ਼ਕਤੀਵਾਨ ਸਤਿਗੁਰੂ ਜੀ ਨੇ ਆਪ ਹੀ ਉਹਨਾਂ ਦੀ ਸਦਰ ਪੂਰੀ ਕਰ ਦਿੱਤੀ ਸੀ। ਮਾਤਾ ਜੀ, ਮੈਂ ਤੁਸਾਂ ਦਾ ਪੁੱਤਰ ਹਾਂ। ਮੈਨੂੰ ਪੁੱਤ ਸਮਝ ਛੱਡੋਗਾ। ਦਾਤੇ ਫਰਮਾਇਆ ਸੀ। ਬਚਨ ਸੱਤਿਆ ਹੋ ਗਿਆ। ਰਾਜਾ ਰਾਣੀ ਸਤਿਗੁਰਾਂ ਨੂੰ ਹੀ ਪੁੱਤਰ ਮੰਨ ਬੈਠੇ। ਤਨ, ਮਨ ਤੇ ਧਨ ਨਾਲ ਗੁਰੂ ਜੀ ਤੇ ਗੁਰੂ ਘਰ ਦੀ ਸੇਵਾ ਕਰਨ ਲੱਗੇ। 24 ਘੰਟੇ ਨਾਮ ਸਿਮਰਨ ਵਿੱਚ ਰੁੱਝ ਗਏ। ਸਤਿਗੁਰੂ ਜੀ ਸਵੇਰੇ ਉਹਨਾਂ ਨੂੰ ਦਰਸ਼ਨ ਦੇ ਆਉਂਦੇ ਤੇ ਪ੍ਰੇਮ ਸ਼ਰਧਾ ਦੀਆਂ ਘੁੰਗਣੀਆਂ ਖਾ ਆਉਂਦੇ ਰਹੇ। ਹੌਲੀ ਹੌਲੀ ਰਾਜੇ ਰਾਣੀ ਦਾ ਮਨ ਨਾਮ ਸਿਮਰਨ ਵਿੱਚ ਐਸਾ ਲੱਗਾ ਕਿ ਸਾਰੀਆਂ ਵਾਸ਼ਨਾਵਾਂ ਦਾ ਅੰਤ ਹੋ ਗਿਆ। ਉਹ ਰੱਬ ਰੰਗ ਰਤੇ ਜਿਉੜੇ ਬਣ ਗਏ। ਉਹਨਾਂ ਦੇ ਬਾਲ ਪ੍ਰੀਤਮ ਨੇ ਪ੍ਰੇਮ ਨਾਲ ਉਹਨਾਂ ਦੇ ਹਿਰਦੇ ਨੂੰ ਜਿੱਤ ਲਿਆ। ਧੰਨ ਸਤਿਗੁਰੂ, ਧੰਨ ਸਤਿਗੁਰਾਂ ਦੀ ਧੁਨ ਉਹਨਾਂ ਦੇ ਬੁੱਲਾਂ ਤੋਂ ਸਦਾ ਪ੍ਰਗਟ ਹੁੰਦੀ ਰਹੀ। ਭੁੱਲਾਂ ਗਲਤੀਆਂ ਦੀਆਂ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।